हर जियो हर जियो निमाणिया तू मान हर जियो हर जियो निमाणिया तू मान हर जियो हर जियो निमाणिया तू मान कोई बिजनेस ਦੇ ਵਿੱਚ ਉਹਦੇ ਬੱਚੇ ਪੜ੍ਹੇ ਲਿਖੇ ਨਹੀਂ ਉਹਨਾਂ ਨੂੰ ਜਦੋਂ ਲਾਲਾ ਜੀ ਦਾ ਬਿਜ਼ਨਸਮੈਨ ਨੂੰ ਲਾਲਾ ਜੀ ਕਿਹਾ ਜਾਂਦਾ ਕਿ ਉਹਨੂੰ ਜਦੋਂ ਕਿਸੇ ਦਫ਼ਤਰ 'ਚ ਹਾਜ਼ਰ ਹੁੰਦਾ ਤੇ ਜੋ ਕਿਸੇ ਗੱਲ ਦਾ ਪ੍ਰੋਪਰਲੀ ਜਵਾਬ ਨਹੀਂ ਦੇ ਪਾਉਂਦਾ ਜਾਂ ਡਰ ਫੀਲ ਕਰਦਾ ਵੀ ਮੈਂ ਪਤਾ ਨਹੀਂ ਕੀ ਹੋ ਜਾਊਗਾ ਉਸੇ ਵੇਲੇ ਆਫੀਸਰ ਜਿਹੜੇ ਨੇ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦੇ ਆਰ ਨਾਟ ਫੇਅਰ ਵਿਦ ਐਨੀਵਨ ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਇਹ ਮਤਲਬ ਇਹਨਾਂ ਲੋਕਾਂ ਦੇ ਕੇਸ ਬਣਾ ਕੇ ਤੇ ਅਸੀਂ ਆਪਣੀ ਪੱਗ ਉੱਚੀ ਕਰਾਂਗੇ ਅਸੀਂ ਮੀਟਿੰਗਾਂ 'ਚ ਬੋਲਣ ਜੋਗੇ ਹੋਵਾਂਗੇ ਤੇ ਅਸੀਂ ਆਹ ਫੜ ਲਿਆ ਆਹ ਕਰ ਦਿੱਤਾ ਅਲਾਉਂ ਟੈਂਪਰੇਰੀ ਹੁੰਦਾ ਹੈ ਉਹਦੀਆਂ ਪੀਲਾਂ ਦੇ ਵਿੱਚੋਂ ਛੁੱਟ ਜਾਂਦਾ ਨਿਸ਼ਾਨ ਪਰ ਉਹ ਫॉर ਦੀ ਟਾਈਮ ਬਿੰਗ ਆਪਣਾ ਨਾਮ ਬਣਾ ਲਿਆ ਪਰ ਟਾਈਮ ਹੈਜ਼ ਚੇਂਜ ਜਿੱਦਾਂ ਤੁਹਾਡੇ ਬੱਚੇ ਨੇ ਦੇ ਆਰ ਵੈਰੀ ਟੈਲੈਂਟਡ ਬਸ ਇਹ ਬੱਚਾ ਦੀ ਗੱਲ ਹੈ ਕਿ ਬੱਚਾ ਨੇ ਆਪਣਾ ਸਾਰਾ ਸਮਾਨ ਲਿਆ ਪਾਸ ਕਰਕੇ ਯੂ ਹੈਵ ਮੇਨਟੇਨ डॉक्टर ਨੂੰ ਬੁਲਾਓ ਇੱਥੇ ਹਾਂਜੀ आजो सर आजो love them very much. I have respect for them. ਜਿਹੜੀ ਸੀ ਆਰਡੀਐਨ ਨਾਮ ਦਾ community so ਇਹ ਰਾਮਗੜ੍ਹੀ community ਨੂੰ ਅੱਗੇ ਲਿਜਾਣ ਲਈ ਇਹਨਾਂ ਦੀ ਬੜੀਆਂ ਸੇਵਾਵਾਂ so you know I used to be sitting in ਬਠਿੰਡਾ ਕਿਤੇ ਹੋਰ ਪਰ ਮੇਰੇ ਨਾਲ ਕਰਕੇ ਅੱਜ ਵੀ ਆਉਣਾ ਦਾ ਮਰਜ਼ੀ ਦੂਰ ਸੋ ਮੇਰਾ ਇਹ ਨਰਿੰਦਰ ਇੱਕ ਡਾਕਟਰ ਸਾਹਿਬ ਦੇ ਹੈ ਕਿਸ ਲਿਖ ਦੇ ਸਾਰੇ ਦੇ ਨਾਮ ਲਿਖੋ पैम्फलेट लिया ਪੈਂਪਲੇਟ ਦੇ ਲਿਓ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਚੰਗਾ ਲੱਗਿਆ ਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲੱਗਿਆ ਮੈਂ ਤੁਹਾਡੇ ਪਰਿਵਾਰ ਦਾ ਵਜੋਂ ਵੀ ਇਸ ਕਰਕੇ आजा नाल खर्च हाँ 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 कोई नहीं सर Yeah, not necessarily in that order when you mention again.
ਸਰ ਆਪਾਂ ਹੋਸਟ ਹੈਗੇ प्यार ज्यादा ਵੀ ਆਰ ਹੋਸਟ क्या बात नहीं मैं बढ़िया सी मैं बनूंगा नहीं बहुत अच्छा थोड़ी बहुत से लोग हैं अरे वाह both of us like part of the family. ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੋ ਕਿਉਂਕਿ ਮੈਂ ਇਹਨਾਂ ਦੇ ਪਰਿਵਾਰ ਦੇ ਬੱਚਾ ਕਿ ਸਵਾਲ ਨਸਪਤੀ ਹੋਣੀ ਸੋ I'm looking into Malwa sub-district content, Buxar Sahib, Fazilka, Firozpur and Batinder, Jalandhar zone ਦੇ ਵਿੱਚ ਆ ਜਾਂਦਾ ਹੈ ਲੁਧਿਆਣਾ so ਲੁਧਿਆਣਾ I'm looking into the investigation of the new critical drugs killing. So ਗੱਡੀਆਂ ਦੇ ਵਿੱਚ ਮਾਲ ਜਿਹੜਾ ਹੋਗਾ ਸਾਡਾ ਜਿਹਨੇ ਰੇਡਸ ਕਰਨੇ so taxation ਦੀ ਰੇਡਸ ਕਰਨੇ on the basis of ਮੈਂ ਤੇ ਆਏ ਮੁੱਖ ਮਹਿਮਾਨ ਦਰਗਾਹਾਂ ਦੂਰ ਨੇੜੇ ਤੋਂ ਆਏ ਜਿਹੜੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰ ਸਾਲ ਆਪਣੇ ਹਰਮਨ ਪਿਆਰੇ ਸਰਦਾਰ ਚੱਤਰ ਸਿੰਘ ਅਤੇ ਸਰਦਾਰ ਹਰਜੀਤ ਸਿੰਘ ਜੀ ਦੀ ਯਾਦ ਵਿੱਚ ਰੱਖਦੇ ਸਾਡਾ ਇਹ ਟੀਚਾ ਹੁੰਦਾ ਕਿ ਇਸ ਕੈਂਪ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇ ਤੇ ਸਦਾ ਤੰਦਰੁਸਤ ਰੱਖੇ। ਹੁਣ ਮੈਂ ਐਮਡੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਡਾਇਸ ਤੇ ਆਉਣ ਤੇ ਇਸ ਕੈਂਪ ਬਾਰੇ ਥੋੜਾ ਜਿਹਾ ਆਪਣਾ ਵਿਚਾਰ ਸਾਂਝਾ ਕਰਨ। ਬੀਬੀ ਹਰਦੀਪ ਕੌਰ ਭੰਗਰਾ ਡੀਸੀ ਸਟੇਟ ਟੈਕਸ बहुत ही सत्कारयोग डॉक्टर साहबान सत्कारयोग पत्रकार मीडिया ਅਤੇ मेरे बहुत ही सत्कारयोग दोस्त मित्र ਅਤੇ सामने बैठे भैनों के भरावो वाहिगुरू जी का खालसा वाहिगुरू जी की फतेह। अज ਸਾਡੇ ਦਸ਼ਮੇਸ਼ ਕਮਾਈ ਵੱਲੋਂ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ 7ਵਾਂ ਮੈਗਾ ਕੈਂਪ ਹੈ। ਤੁਹਾਨੂੰ ਪਤਾ ਹੀ ਹੈ ਤਕਰੀਬਨ 8-9 ਸਾਲ ਪਹਿਲਾਂ ਸਾਡੇ ਜਿਗਰ ਦੇ ਟੋਟੇ ਕਾਕਾ ਹਰਜੀਤ ਸਿੰਘ ਤੇ ਕਾਕਾ ਚੱਤਰ ਸਿੰਘ ਪਰ ਜਵਾਨੀ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਵਿੱਚ ਅਸੀਂ ਪਰਿਵਾਰ ਨੇ ਸੋਚਿਆ ਵੀ ਉਹਨਾਂ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਇੱਥੇ ਭਾਈਚਾਰੇ ਵਿੱਚ ਕਿਸ ਤਰ੍ਹਾਂ ਜਿੰਦਾ ਰੱਖ ਸਕਦੇ ਹਾਂ। ਭਾਵੇਂ ਸਰੀਰ ਕਰਕੇ ਚਲੇ ਗਏ ਪਰ ਉਹ ਸਾਡੇ ਵਿੱਚ ਰਹਿਣੇ ਚਾਹੀਦੇ ਨੇ। ਉਹ ਇੱਕੋ ਇੱਕ ਸਾਧਨ ਸੀ ਸਾਡੇ ਕੋਲੇ ਵੀ ਰੱਬ ਦੀ ਬਣਾਈ ਹੋਈ ਖਲਕ ਉਹਦੀ ਸੇਵਾ ਮਾਨਵਤਾ ਦੀ ਸੇਵਾ। ਅਸੀਂ ਡਾਕਟਰ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਵੇਦ ਅਸਲਮ ਜੀ ਜੋ DMC ਦੇ ਵਿੱਚੋਂ ਬਹੁਤ ਹੀ ਰੁਝੇਵਿਆਂ ਚੋਂ ਆਏ ਨੇ, ਇਹਨਾਂ ਨਾਲ ਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਿੰਦਰ ਸਿੰਘ ਜੀ ਜੋ ਮੇਰੇ ਛੋਟੇ ਭਰਾ ਨੇ। ਔਰ ਮੈਂ ਰਹਿ ਨਹੀਂ ਸਕਦਾ ਵੀ ਜੋ ਡਾਕਟਰ ਵਿਕੇਸ਼ ਅਰੋੜਾ ਜੀ ਇਹਨਾਂ ਨੇ ਇੰਨਾ ਸਾਥ ਦਿੱਤਾ ਹੈ ਵੀ ਮੇਰੇ 'ਚ ਕੋਈ ਐਡੀ ਤਾਕਤ ਨਹੀਂ ਸੀ ਮੈਂ ਐਡਾ ਮਤਲਬ ਕੈਂਪ ਲਗਾ ਸਕਦਾ। ਇਹਨਾਂ ਦਾ ਸਹਿਯੋਗ ਹੀ ਇਹ ਸਾਰਾ ਕੰਮ ਹੋਇਆ। ਬਹੁਤ ਮਨ ਨੂੰ ਜਦ ਉਹਨਾਂ ਦੀ ਯਾਦ ਆਉਂਦੀ ਹੈ ਬਹੁਤ ਆਪ ਪਤਾ ਹੀ ਹੈ ਤੁਹਾਨੂੰ ਸਾਰਾ ਜਦੋਂ ਬੱਚੇ ਮਾਂ-ਬਾਪ ਦੇ ਸਾਹਮਣੇ ਚਲੇ ਜਾਣ ਤੇ ਫਿਰ ਵੀ ਹਾਲਤ ਕੀ ਹੁੰਦੀ ਹੈ। ਪਰ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਆਪ ਨੂੰ ਜੋ ਮਾਨਵਤਾ ਦੀ ਸੇਵਾ ਲਈ ਕੈਂਪ ਲਾਇਆ ਜਿੰਨੇ ਵੀ ਮਰੀਜ਼ ਨੇ ਉਹਨਾਂ ਦੇ ਟੈਸਟ ਦਵਾਈਆਂ ਔਰ ਕਰੋਨਾ ਦੇ ਕਰਕੇ 2 ਸਾਲ ਨਹੀਂ ਲੱਗ ਸਕਿਆ ਸਾਡੇ ਮਨ ਤੇ ਇਹ ਵੀ ਬਹੁਤ ਬੜਾ ਬੋਝ ਸੀਗਾ ਪਰ ਉਹ ਕੁਦਰਤ ਮੁਰੇ ਕਿਸੇ ਦਾ ਕੋਈ ਚਾਰਾ ਨਹੀਂ। ਤੇ ਐਕਟਿਵ ਫਿਰ ਮੈਂ ਇਹਨਾਂ ਡਾਕਟਰ ਸਾਹਿਬਾਨ ਗੁਰਵਿੰਦਰ ਸਿੰਘ ਜੀ ਨੂੰ ਔਰ ਡਾਕਟਰ ਰਕੇਸ਼ ਅਰੋੜਾ ਜੀ ਨੂੰ ਕਿਹਾ ਬਿਮਾਰੀਆਂ ਦੇ ਤੁਹਾਨੂੰ ਬੋਲ ਕੇ ਦੱਸਿਆ ਹੀ ਪਹਿਲਾਂ ਉਹ ਸਾਰੇ ਸਪੈਸ਼ਲਿਸਟ ਪੂਰੇ ਮਹੱਲ
ਉਹਨਾਂ ਨੇ ਫਿਰ ਇੱਥੇ ਆਪਣੇ ਆਪ ਨੂੰ ਜਿਹੜਾ ਕੁਝ ਸਮਾਂ ਸਫਲਾ ਕਰਨ ਲਈ ਤੁਹਾਡੀ ਸੇਵਾ ਲਈ ਪਹੁੰਚੇ ਨੇ। ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਮੁੱਚੇ ਡਾਕਟਰ ਦੀ ਟੀਮ ਦਾ ਧੰਨਵਾਦ ਕਰਦਾ ਔਰ ਸਾਡੇ ਬੀਬੀ ਹਰਜੀਤ ਕੌਰ ਭਮਰਾ ਜੀ ਦਾ ਬਹੁਤ ਜ਼ਿਆਦਾ ਦਿਲ ਦੀਆਂ ਗਹਿਰਾਈਆਂ ਨੂੰ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਸ਼ਡਿਊਲ ਵੀ ਬਹੁਤ ਬਿਜ਼ੀ ਹੈ ਔਰ ਆਏ ਵੀ ਬਹੁਤ ਲੋਕ, ਪਰ ਪ੍ਰੇਮ ਇੱਕ ਇਹੋ ਜਿਹੀ ਵਸਤਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਿੰਦਾ। ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਭ ਤੁਹਾਡਾ ਹਾਰਦਿਕ ਉਹਨਾਂ ਦੀ ਕਾਮਨਾ ਕਰਦਾ ਵੀ ਸਭ ਨੂੰ ਤੰਦਰੁਸਤੀ ਮਿਲੇ ਔਰ ਸਾਡਾ ਕੀਤਾ ਹੈ ਸੇਵਾ ਹੈ ਸਫਲੀ ਹੋਵੇ ਔਰ ਤੁਹਾਡਾ ਕਰਾਇਆ ਹੋਇਆ ਇਹ ਜੋ ਟੈਸਟ ਹੈ ਚੈੱਕਅਪ ਹੈ ਉਹ ਸਫਲ ਹੋਵੇ। ਮੈਂ ਕਹਿ ਨਹੀਂ ਰੁਕ ਸਕਦਾ ਕਿਉਂਕਿ ਮੈਨੂੰ ਉਹਨਾਂ ਨੇ ਜੀਵਨ ਦਿੱਤਾ ਹੈ ਸੰਤ ਮਹਾਰਾਜ ਜੀ ਈਸ਼ਰ ਸਿੰਘ ਰਾੜਾ ਸਾਹਿਬ। ਮੈਨੂੰ ਪਤਾ ਬਿਮਾਰੀ ਕੀ ਚੀਜ਼ ਹੈ। ਮੇਰੇ ਪਿੰਡ ਦੇ ਬੰਦੇ ਬੈਠੇ ਹੋਣਗੇ, ਉਹਨਾਂ ਨੂੰ ਪਤਾ ਵੀ ਮੇਰੀ ਕੀ ਹਾਲਤ ਸੀ। ਮੈਨੂੰ ਮੇਰੀ ਮਾਂ ਰੋਟੀ ਖਵਾਉਂਦੀ ਹੁੰਦੀ ਸੀ, ਮੇਰੀ ਮਾਂ ਹੀ ਨਮਾਉਂਦੀ ਹੁੰਦੀ ਸੀ, ਤੇ ਉਸ ਹਾਲਤ 'ਚੋਂ ਮੈਨੂੰ ਸੰਤ ਮਹਾਰਾਜ ਈਸ਼ਰ ਸਿੰਘ ਜੀ ਨੇ ਕਿਰਪਾ ਕੀਤੀ, ਤੁਹਾਡੇ ਚਰਨਾਂ 'ਚ ਖੜ੍ਹਨ ਦਾ ਸਮਾਂ ਦਿੱਤਾ ਹੈ। ਤੇ ਉਹਨਾਂ ਦੀ ਬਦੌਲਤ ਜੋ ਕਿ ਗੁਰੂ ਸਾਹਿਬ ਦੇ ਵਿੱਚ ਭੇਦ ਸਨ ਔਰ ਅੱਜ ਵੀ ਹਨ, ਇਸ ਕਰਕੇ ਉਹਨਾਂ ਨੂੰ ਮੈਂ ਉਹਨਾਂ ਦਾ ਸਾਰਾ ਪ੍ਰਤਾਪ ਹੈ, ਮੈਂ ਉਹਨਾਂ ਨੂੰ ਯਾਦ ਕਰੇ ਬਿਨਾਂ ਨਹੀਂ ਰਹਿ ਸਕਦਾ। ਇਹ ਜਿਹੜਾ ਸਾਰਾ ਹੈ ਬਦੌਲਤ ਹੈ ਉਹਨਾਂ ਦੀ। ਤੇ ਮੈਂ ਫਿਰ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਮੁੱਚੇ ਪਰਿਵਾਰ ਵੱਲੋਂ ਤੁਹਾਡਾ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। इंडस्ट्री मौका तो मैं अपने विचार ਮਲੇਰਕੋਟਲਾ ਵੱਲੋਂ ਇਸ ਮੇਗਾ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਹੋਏ ਭੈਣ ਹਰਦੀਪ ਭਾਮਰਾ ਜੀ, ਡਿਪਟੀ ਕਮਿਸ਼ਨਰ ਸਟੇਟ ਟੈਕਸ ਡਾਕਟਰ ਨਵੇਦ ਅਸਲਮ ਜੀ ਔਰ ਡਾਕਟਰ ਰਕੇਸ਼ ਅਰੋੜਾ ਜੀ, ਜਿਨ੍ਹਾਂ ਦੇ ਬਹੁਤ ਵੱਡੇ ਸਹਿਯੋਗ ਦੇ ਸਦਕਾ ਇਹ ਕੈਂਪ ਲਗਾਇਆ ਜਾਂਦਾ ਹੈ। ਬਹੁਤ ਹੀ ਸਤਿਕਾਰਯੋਗ ਗਿਆਨੀ ਅਮਰ ਸਿੰਘ ਜੀ, MD ਦਸ਼ਮੇਸ਼ ਕੰਬਾਈਨ, ਸਰਦਾਰ ਕਰਨੈਲ ਸਿੰਘ ਜੀ, ਸਰਦਾਰ ਮੋਹਨ ਸਿੰਘ ਜੀ, ਸਰਦਾਰ ਹਰਪਾਲ ਸਿੰਘ ਜੀ, ਸਮੁੱਚਾ ਪਰਿਵਾਰ ਤੇ ਹੋਰ ਜਿੰਨੀਆਂ ਵੀ ਇੱਥੇ ਸਤਿਕਾਰਤ ਸ਼ਖਸੀਅਤਾਂ ਬੈਠੀਆਂ ਔਰ ਡਾਕਟਰ ਨਵੇਦ ਅਸਲਮ ਜੀ ਦੇ ਨਾਲ ਉਹਨਾਂ ਦੀ ਟੀਮ ਦੇ ਵਿੱਚ ਸਾਡੇ ਮੋਗਾ ਤੋਂ ਡਾਕਟਰ ਅੰਸ਼ੁਮਨ ਗੁਪਤਾ ਜੀ, ਜੋ ਸਾਡੇ ਆਪਣੇ ਪਰਿਵਾਰਕ ਮੈਂਬਰ ਨੇ, ਤੇ ਵਿਸ਼ੇਸ਼ ਕਰਕੇ ਜਿੰਨੇ ਵੀ ਅੱਜ ਇੱਥੇ ਪੇਸ਼ੈਂਟ ਬਜ਼ੁਰਗ ਮਾਤਾਵਾਂ, ਵੀਰ ਭੈਣਾਂ ਇੱਥੇ ਸਾਰੇ ਪਹੁੰਚੇ ਨੇ, ਮੈਂ ਫਤਿਹ ਬੁਲਾਉਣਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਮੈਂ ਸਿਰਫ 1-2 ਮਿੰਟ ਹੀ ਲੈਣੇ ਨੇ, ਆਪਾਂ ਸਾਰੇ ਪਰਿਵਾਰਾਂ ਦੇ ਵਿੱਚ, ਸਮਾਜ ਦੇ ਵਿੱਚ ਵਿਚਰਨ ਵਾਲੇ ਆ ਤੇ ਬਹੁਤ ਵਾਰ ਦੇਖਦੇ ਆ ਕਿ ਬਹੁਤ ਪਰਿਵਾਰਾਂ ਦੇ ਵਿੱਚ ਐਸੇ ਘਟਨਾਵਾਂ ਵਾਪਰ ਜਾਂਦੀਆਂ ਨੇ ਜਿੱਥੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਔਰ ਐਸੇ ਪਰਿਵਾਰ ਹੁੰਦੇ ਨੇ ਜਿਹੜੇ ਉਹਦੇ ਬਰਾਬਰ ਤੇ ਰੁਪਈਏ ਤੋਲ ਸਕਦੇ ਨੇ, ਲੇਕਿਨ ਫਿਰ ਵੀ ਉਹਨਾਂ ਨੂੰ ਬਚਾਉਣ ਦੇ ਵਿੱਚ ਅਸਫਲ ਹੁੰਦੇ ਨੇ। ਇਹ ਸਾਰਿਆਂ ਹੀ ਪਰਿਵਾਰਾਂ ਲਈ ਜਿੱਥੇ ਇਹ ਦੁੱਖ ਵਾਪਰਦਾ ਹੈ, ਬਹੁਤ ਵੱਡੀਆਂ ਦੁਖਦਾਈ ਘਟਨਾਵਾਂ ਹੁੰਦੀਆਂ ਨੇ, ਜਿਨ੍ਹਾਂ ਦੇ ਇਹ ਬਹੁਤ ਵੱਡੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ, ਜਿਹੜੇ ਉਹਨਾਂ ਅਭੁੱਲ ਯਾਦਾਂ ਨੂੰ, ਉਹਨਾਂ ਦੁੱਖਾਂ ਨੂੰ ਨੇਪਰੇ ਚਾੜਦੇ ਨੇ ਔਰ ਉਹਨਾਂ ਦੀ ਯਾਦ ਇਸ ਢੰਗ ਦੇ ਨਾਲ ਮਨਾਉਂਦੇ ਨੇ ਜਿਹੜੀ ਵਿਸਾਰੀ ਨਹੀਂ ਜਾ ਸਕਦੀ ਕਿ ਕਿਸੇ ਦਾ ਭਲਾ ਕਿਵੇਂ ਹੋ ਸਕਦਾ, ਭਲਾਈ ਕਿਵੇਂ ਹੋ ਸਕਦੀ ਹੈ। ਭਲਾਈ ਦੇ ਬੜੇ ਤਰੀਕੇ ਨੇ। ਆਪਾਂ ਦੇਖਦੇ ਹਾਂ ਬਹੁਤ ਪਰਿਵਾਰ ਐਸੇ ਨੇ ਜਿਹੜੇ ਜੋ ਐਡੀ ਵੱਡੀ ਟੀਮ ਹਰ ਬਿਮਾਰੀ ਦੇ ਮਾਹਿਰ ਡਾਕਟਰਾਂ ਦੀ ਪਹੁੰਚੀ ਹੋਈ ਆ, ਉਹਨਾਂ ਡਾਕਟਰਾਂ ਨੂੰ ਦਿਖਾ ਨਹੀਂ ਸਕਦੇ, ਉਹਨਾਂ ਕੋਲੋਂ ਆਪਰੇਸ਼ਨ ਨਹੀਂ ਕਰਵਾ ਸਕਦੇ, ਉਹਨਾਂ ਕੋਲੇ ਪਹੁੰਚ ਨਹੀਂ ਕਰ ਸਕਦੇ ਔਰ ਦਵਾਈਆਂ ਨਹੀਂ ਲੈ ਸਕਦੇ। ਲੇਕਿਨ ਇੱਥੇ
ਜਿੱਥੇ ਆਮ ਲੰਗਰ ਚੱਲਦੇ ਨੇ, ਇੱਥੇ ਦਵਾਈਆਂ ਦਾ ਵੀ ਲੰਗਰ ਹੈ, ਡਾਕਟਰਾਂ ਦੀ ਵੀ ਵੱਡੀ ਟੀਮ ਹੈ। ਇਸ ਲਈ ਇਹ ਪੂਰੇ ਦਸ਼ਮੇਸ਼ ਕੰਬਾਈਨ ਦਾ ਗਰੁੱਪ ਇਸ ਲਈ ਵਧਾਈ ਦਾ ਪਾਤਰ ਹੈ। ਤੇ ਇਸ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜੋ ਮਲੇਰਕੋਟਲਾ ਡਿਸਟ੍ਰਿਕਟ ਬਣਿਆ, ਜਿੱਥੇ ਉਹਨਾਂ ਨੇ ਇੱਥੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੋਨੋਂ ਔਰਤਾਂ ਨੂੰ ਪਹਿਲਤਾ ਦਿੱਤੀ ਹੈ, ਤੇ ਉੱਥੇ ਦਸ਼ਮੇਸ਼ ਗਰੁੱਪ ਦੇ ਮਨ ਵਿੱਚ ਵੀ ਇਹ ਗੱਲ ਸੀ ਕਿ ਅਸੀਂ ਕਿਸੇ ਐਸੀ ਸ਼ਖਸੀਅਤ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਦੇਣਾ ਜਿਹਦਾ ਬਹੁਤ ਵੱਡਾ ਮਾਣ ਸਤਿਕਾਰ ਹੋਵੇ, ਔਰ ਕਿਸੇ ਕੋਲੇ ਕੋਈ ਇੱਕ ਡਿਸਟ੍ਰਿਕਟ ਹੋਵੇ ਤਾਂ ਉਹ ਅਫਸਰ ਸਮਾਂ ਨਹੀਂ ਕੱਢ ਸਕਦਾ। ਆਪਾਂ ਦੇਖਦੇ ਹਾਂ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਅਫਸਰ ਸਾਹਿਬਾਨਾਂ ਦੀਆਂ, ਲੇਕਿਨ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਕੋਲੇ 18 ਡਿਸਟ੍ਰਿਕਟ ਨੇ, 2 ਡਿਵੀਜ਼ਨਾਂ ਨੇ ਜਿਹਦੇ ਅੰਦਰ 18 ਡਿਸਟ੍ਰਿਕਟ ਨੇ। ਫਿਰ ਵੀ ਜਦੋਂ ਵੀ ਭੈਣ ਜੀ ਨੂੰ ਸੱਦਾ ਦਿੰਦੇ ਆ, ਇਹ ਸਾਡੀ ਬੇਨਤੀ ਨੂੰ ਕਬੂਲ ਕਰਕੇ ਸਮੇਂ ਵਿੱਚੋਂ ਸਮਾਂ ਕੱਢ ਕੇ ਜਲੰਧਰ ਤੋਂ ਚੱਲ ਕੇ ਇੱਥੇ ਪਹੁੰਚੇ ਨੇ, ਔਰ 1:30 ਵਜੇ ਇਹਨਾਂ ਨੇ ਚੰਡੀਗੜ੍ਹ ਮੀਟਿੰਗ ਦੇ ਵਿੱਚ ਪਹੁੰਚਣਾ ਹੈ। ਇਸ ਲਈ ਮੈਂ ਆਪਣੇ ਵੱਲੋਂ ਔਰ ਦਸ਼ਮੇਸ਼ ਗਰੁੱਪ ਵੱਲੋਂ ਇਹਨਾਂ ਨੂੰ ਜਿੱਥੇ ਗਿਆ ਕਰਨਾ, ਉੱਥੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਜਿੱਥੇ ਬਹੁਤ ਚੋਟੀ ਦੇ ਉੱਚ ਦਰਜੇ ਦੇ ਡਾਕਟਰ ਸਾਹਿਬਾਨ ਨੇ, ਦਵਾਈਆਂ ਦਾ ਪ੍ਰਬੰਧ ਨਾਲ ਆਈ ਕਿ ਜਿੱਥੇ ਸਰਦਾਰ ਹਰਜੀਤ ਸਿੰਘ, ਸਰਦਾਰ ਚੇਤਨ ਸਿੰਘ ਦੀ ਯਾਦ ਦੇ ਵਿੱਚ ਇਹ ਕੈਂਪ ਲੱਗ ਰਿਹਾ, ਉੱਥੇ ਇਹਨਾਂ ਸਰਦਾਰ ਪਰਮਜੀਤ ਸਿੰਘ, ਛੋਟਾ ਲੜਕਾ ਮੇਰੇ ਨਾਮ ਦਿਮਾਗ ਚੋਂ ਨਿਕਲ ਗਿਆ, ਉਸ ਔਰ ਸਾਰੇ ਪਰਿਵਾਰ ਤੇ ਅਕਾਲ ਪੁਰਖ ਮਿਹਰ ਭਰੇ ਹੱਥ ਸਿਰ ਤੇ ਰੱਖੇ, ਔਰ ਇਸ ਤਰ੍ਹਾਂ ਦੇ ਕੈਂਪ ਤੇ ਹੋਰ ਸੇਵਾਵਾਂ ਕਰਨ ਦਾ ਵੱਧ ਤੇ ਉਦਮ ਬਖਸ਼ਦਾ ਰਹੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Gentlemen present on this day, where the life would become a better part by helping others and curing them with a smile. They say you should be sun to brighten someone's life, but the Dashmesh Charitable Trust say you should be moon to brighten someone's darkest hour. I, Harmandeep Kaur, daughter of late Sardar Harjit Singh and granddaughter of Sardar Karnail Singh, would like to welcome our chief guest this morning, Ms. Hardeep Kaur Pambra, State Deputy Commissioner, and other guests, doctors, and especially the patients over here. I wish I could all be happy and smile whole by my heart, but the memories of my late father, Sardar Harjit Singh, and my late Chatu, Sardar Chatra Singh, would always hold me back. According to me, my life would have been a penthouse of happiness with them around us. But God is always biased. He wants to see me this penthouse in some other ways. And believe me, ladies and gentlemen, I find this penthouse by seeing you getting full medical help. In order to remember the good deeds, my granddad, Sardar Amar Singh, Sardar Karnail Singh, Sardar Harpal Singh, and Sardar Mohan Singh dignified their wish to spread happiness and humanity by organizing such events. This Dashmesh Charitable Trust has been organized a few years back to help students with their education, girls with their marriages, and public with their health treatments. In the end, I would like to conclude my speech by saying, life is never easy. It imposes difficulties on you that you can't control, but it's upon you how you are going to get through that. Thank you one and thank you all. I would request Ma'am Hardeep Kaur Pambra, please come to the stage, guys. मैक ठीक कर दूं। बहुत ही सत्कारयोग उधर पढ़ सार अमर सिंह जी, सार करनैल सिंह जी, जो दशमेश चैरिटेबल ट्रस्ट चला रहे ने, आज इत्थे पहुँच के छोटियां बच्चियां हर्षदीप, हरमनदीप ते छोटे बच्चे ਨੂੰ देख के मेरे मन ਦੇ ਵਿੱਚ मैं ਬਾਈ ਜੀ ਨੂੰ ਇਹ ਗੱਲ ਕਹਿ ਰਹੀ ਸੀ ਕਿ ਬੈਕਬੋਨ ਨੇ ਇਦਾਂ ਦੇ ਬੱਚੇ, ਇਦਾਂ ਦੀਆਂ ਬੇਟੀਆਂ। ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਅੱਗੇ ਵਧਾਉਣ ਤੋਂ ਪਹਿਲਾਂ
आए हुए डॉक्टर साहबान, डॉक्टर नवेद जी, करणवीर जी और डॉक्टर साहिल जी, डॉक्टर अंकुर, डॉक्टर रहमान जी, डॉक्टर गुरिंदर जी and Rakesh Arora who is from this area and looking into everything. मैं भाई जी बहुत ज़्यादा आए हुए लोगों ਨੂੰ ਇਹ ਗੱਲ ਦੱਸ ਕੇ ਪਹਿਲਾਂ ਤੇ ਵੈਲਕਮ ਕਰਦੀ ਹਾਂ ਤੇ ਆਪਣੀ ਫਤਿਹ ਬੁਲਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਅਦਬ ਪੇਸ਼ ਕਰਦੀ ਹਾਂ, ਕਿਉਂਕਿ ਇਹਨਾਂ ਬੱਚਿਆਂ ਦੇ ਵਿੱਚੋਂ ਅੱਜ ਮੈਨੂੰ ਇੱਕ ਚਿਰਾਗ ਨਜ਼ਰ ਆਇਆ। ਜਦੋਂ ਮੇਰੇ ਪਿਤਾ ਜੀ ਦੀ ਅਸੈਸੀਨੇਸ਼ਨ ਹੋਈ, ਮੇਰੇ ਅੰਦਰ ਇੱਕ ਬਲਬਲਾ ਪੈਦਾ ਹੋ ਗਿਆ ਸੀ ਉਸ ਦਿਨ ਕਿ ਮੈਂ ਸਿਰਫ ਫੈਮਿਲੀ ਨਹੀਂ जीना, मैं अपनी कम्यूनिटी लिए जीना है, मैं समाज लिए जीना है और मैं होर एजुकेशन लैनी है। स्टिल आई एम स्टडिंग। बच्चे बहुत प्यारे ने, मेरे नाल हमेशा इन टच रहते हैं। मैं उन्होंने कहनी कुछ बच्चे आई एम 56 स्टिल आई एम स्टडिंग, अजे भी मैं पढ़ रही हाँ। सो यू कैरी ऑन। हर एक समाज के विच हर चीज़ को परफेक्ट चंगे स्पोर्ट्समैन होना चाहिए, चंगी एजुकेशन, हर तरह की लैंग्वेज। तुसी जिस ट्रस्ट जिस परिवार नाल जुड़े हुए हो, इस ट्रस्ट ने इस बिजनेस ने थ्रू आउट इंडिया स्प्रेड करना है और सारिया लैंग्वेजेस के उत्ते थोड़ी कमांड होनी बड़ी जरूरी है। यू नो, सो आई कुड बी एबल टू स्पीक Turkish, Germany, Dutch and French. So I love it. You should be like that. And ਜਦੋਂ ਤੁਸੀਂ ਇਸ ਫਰਮਾਂ ਨੂੰ ਜਾ ਕੇ ਇਸ ਫਰਮ ਨੂੰ ਲੈ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਰਿਪਰੈਜ਼ੈਂਟ ਕਰੋ, ਰਾਈਟ। ਇਹ ਤੇ ਹੋਈ ਪਰਿਵਾਰ ਦੀ ਗੱਲ, ਪਰ ਦੂਜੇ ਪਾਸੇ ਮੈਨੂੰ ਦੁੱਖ ਜਦੋਂ ਇਸ ਗੱਲ ਦਾ ਆਉਂਦਾ ਆ कि परिवार के दो बच्चे चतर सिंह ते हरजीत सिंह ਵੱਖੋ ਵੱਖਰੀਆਂ बीमारियां ਦੇ ਨਾਲ परिवार ਤੋਂ ਵਿਛੋੜਾ ਦੇ गए। जीवन देखो, हर एक ने जिन्हें आना है उन्हें जाना है, इस जहान तो सच है। जिथे मैनू भाई अमर सिंह जी ने हुणे एक गल सुनाई संतां जी का जिक्र करके, जो ये बचपन च बीमार सी ते किवें किवें किसी महापुरखा ने बख्शिश की ते ठीक हो गए। ये दुख दर्द ते बीमारी के एहसास को समझते हैं। जो इन्होंने बच्चों का दोनों परिवारों के विछोड़ा पिया होएगा किस बीमारी करके, दौलत होने के बावजूद असी सतगुर अगे लड़ नहीं सके, उस अकाल पुरख नाल कुछ नहीं ये कह सके कि साढ़े नाल क्यों इस तरह होया। असी उस पानी को मन्निया, सिर्फ मन्निया। मैं समझती हाँ कि उस तो बाद जिदा की चोट मेरे मन सी कि मैं समाज के लिए, अपनी कम्यूनिटी लिए काम करा, इसी तरह इस परिवार च बैठ के तुसी सारिਆਂ ने एक मन बनाया होगा कि चलो बच्चे तो चले गए, असी उन्होंने बच्चों की याद में हुण मनुखता की सेवा किस तरह कर सकते हैं। मैनू गल करदे मेरे रोम खड़े हो रहे हैं, शायद मैं जज्बाती भी इस गल मेरे मन के एक जज्बात भी खड़े हो गए जो जवान बच्चे इस घर चों चले गए होंगे तो किस तरह के फैसले तुसी समाज की सेवा लिए लाए होंगे। पर मैं समझदी हाँ कि सतगुर की बड़ी कृपा है थोड़े ते, तुसी बड़ा बड़ा एक प्रण लिया। अज इन्ने जी बैठे ने, मैं समझदी हाँ दशमेश परिवार के ये सारे बच्चे ने, सारे भरा ने, सारिया भैणां ने जिन्हां दे दुख दर्द नूं वंडण लई इन्ने महान डॉक्टर जिन्हां दे मन दे विच, मैं हुणे डॉक्टर साहब नूं मिल रही सी, इन्हां दे मन दे विच एक डॉक्टरी पेशा नहीं मनुखता की सेवा के भाव नज़र आए मैनू। जबकि कभी मैं माफ़ी चाहती हाँ कि टीम के सामने कि प्रोफैशन में डॉक्टर कई बार सिर्फ डॉक्टर होंगे ने, पर इन्हों जी सेवा भावना मैं देखी, जी इन्होंने जज्बा देखा, जी इन्हों प्रति जो इन्होंने विचार किया पेशेंट्स लिए, आई सैल्यूट टू दैम। मैनू बहुत चंगा लग्या, ये दिलों जुड़े पे ने। सो मेरी हमेशा अरदास आ कि मनुखता की सेवा की हुई परिवारों लिए, अपने बच्चों लिए तो बहुत लोग करते हैं, उन्होंने जीवन के साधन बनाते हैं, बीमारी हो जाए तो उन्होंने इलाज कराते हैं। सामत सिंह जी तुसी बहुत महान हो, तुहाडा परिवार बहुत सेवा करने वाला है। तुसी इदां दी मनुखता नूं इकट्ठे करके एक गल का स्वरूप नहीं दिता, तुसी कई गल्लां दे स्वरूप दिते। मनुखता की सेवा, हिंदू सिख मुसलमान भाई भाई का स्वरूप। अज मैनूं देख के ना, मैं बचपन तो मैं राष्ट्रपति अवार्डी हाँ, मैं सोशल लीडर रही, स्टूडेंट लीडर रही। आ चीज़ां एक समय ते देखते होंदे सी भी इस तरह के इकट्ठ देखने बड़े मुश्किल होंदे सी भी जिथे हर रंग का फुल एक खूबसूरत गुलदस्ते दे विच देख के ते अखां चों आंदियां सी। बहुत देर बाद मैं इस तरह की चीज़ां देख रही हाँ। तुसीं मुबारकबाद दे हकदार हो, एडी मनुखता नूं तुसीं गलवकड़ियां पा के प्यार करदे हो।
देखो जिहदे कोल बहुत सारे ट्रस्टां कोल पैसे होंदे ने, वड्डे यूनिट होंदे ने, ਉਹ ਹਮੇਸ਼ਾ ਲੋਕਾਂ ਨੂੰ ਸ਼ੋ ਆਫ ਕਰਨ ਲਈ ਕੁਝ ਕੰਮ ਕਰਦੇ ਨੇ। ਪਰ ਸਵੇਰ ਤੋਂ ਮੇਰੀਆਂ ਮਾਤਾਵਾਂ ਬੈਠੀਆਂ, ਮੇਰੇ ਪਰਿਵਾਰ 'ਚੋਂ ਆਏ ਹੋਈਆਂ ਭੈਣਾਂ ਬੈਠੀਆਂ ਨੇ, ਸੋ ਮੈਂ ਉਹਨਾਂ ਦੇ ਦੇਖ ਰਹੀ ਹਾਂ ਕਿ ਸਾਰਾ ਪਰਿਵਾਰ, ਬੱਚੇ ਸਾਰੇ ਇਹਨਾਂ ਦੇ ਭਤੀਜੇ, ਉਹਨਾਂ ਨੂੰ ਇਸ ਤਰ੍ਹਾਂ ਵੀ ਅੱਜ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਤੇ ਇਸੇ ਤਰ੍ਹਾਂ ਜੁੜੇ ਰਹੋ। ਮੇਰੀ ਹਮੇਸ਼ਾ ਇਹ ਦੁਆ ਹੈ ਵੀ ਇਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਐਗਜ਼ਾਮਪਲ ਬਣੋ। ਸਾਇੰਦਰਜੀਤ ਸਿੰਘ ਜੀ ਬੈਠੇ ਸੀ ਕੇਸੀ ਵਾਲੇ। ਸੋ ਜਦੋਂ ਮੈਂ ਇਹਨਾਂ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਸਾਰੇ ਲੋਕ ਜੁੜ ਕੇ ਮਨੁੱਖਤਾ ਨਾਲ ਜੁੜਦੇ ਹੋ ਨਾ, ਸੱਚਮੁੱਚ ਭਾਈ ਲਾਲੋ ਜੀ ਦੀਆਂ ਜਿਹੜੀਆਂ ਸਾਡੀ ਰਾਮਗੜੀਆ ਕਮਿਊਨਿਟੀ ਦੇ ਵਿੱਚ ਸੇਵਾ ਭਾਵਨਾਵਾਂ ਦੀਆਂ ਗੱਲਾਂ, ਤੁਸੀਂ ਉਹਦਾ ਪ੍ਰਤੀਕ ਬਣਦੇ ਹੋ। ਯੁੱਗ ਪਲਟਦੇ ਨੇ, ਜਹਾਨ ਪਲਟਦੇ ਨੇ, ਪਰ ਜਿਹੜੇ ਕੁੱਲ 'ਚ ਕੋਈ ਪੈਦਾ ਹੋਇਆ ਹੁੰਦਾ ਹੈ, ਉਹਦਾ ਜਜ਼ਬਾ ਨਹੀਂ ਖਤਮ ਹੁੰਦਾ ਜੇ ਉਹ ਆਤਮਾਵਾਂ, ਜੇ ਉਹ ਲੋਕ ਅੰਦਰੋਂ ਜਿਉਂਦੇ ਹੋਣ। ਸੋ ਤੁਸੀਂ ਅੰਦਰ ਦੇ ਜਿਉਂਦੇ ਹੋਏ ਲੋਕਾਂ ਵਿੱਚੋਂ ਇੱਕ ਹੋ। ਸੋ ਬਹੁਤ ਮੇਰੀ ਮਨ ਤੋਂ ਅਰਦਾਸ ਹੈ ਕਿ ਛੋਟੀਆਂ ਬੱਚੀਆਂ ਤੁਸੀਂ ਉਹਨਾਂ ਨੂੰ ਐਂਟਰਪ੍ਰੈਨਿਓਰ, ਉਹਨਾਂ ਨੂੰ ਇੱਕ ਬਿਜ਼ਨਸਮੈਨ ਬਣਨ ਦਾ ਇੱਕ ਜਜ਼ਬਾ ਵੀ ਦਿੰਦੇ ਹੋ। ਇਹਨਾਂ ਬੱਚਿਆਂ ਨੇ ਚਿਰਾਗ ਬਣਨਾ ਹੈ, ਇਹਨਾਂ ਪੁੱਤਰਾਂ ਨੇ ਚਿਰਾਗ ਬਣਨਾ ਹੈ। ਬਹੁਤ ਵਧੀਆ ਤੇ ਸੰਘਣਾ ਤੇ ਨਿੱਘਾ ਪਰਿਵਾਰ ਹੋ ਤੁਸੀਂ ਸਮਾਜ ਦੇ ਇੱਕ ਉਹ ਪ੍ਰਤੀਕ ਹੋਣਾ ਹੈ। ਕੱਲੇ ਬੱਚੇ ਨੇ ਜਦੋਂ ਇੱਕ ਡਿਸਟ੍ਰਿਕਟ, ਇੱਕ ਨੇਸ਼ਨ 'ਚ ਜੇਕਰ ਮੁਲਕਾਂ ਵਿੱਚ ਵੀ ਫੈਲ ਜਾਏ, ਇਹ ਸੁਗੰਧ ਤੁਹਾਡੇ ਸਾਬਰ ਸਿੰਘ ਜੀ, ਸਾ ਕਰਨੈਲ ਸਿੰਘ ਜੀ, ਇਹ ਬੱਚੇ ਥਰੂ ਆਊਟ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਫੈਲਾ ਸਕਦੇ ਨੇ ਜੇ ਇਹ ਬੱਚੇ ਆਪਣੇ ਦਾਦਿਆਂ ਦੀ, ਆਪਣੇ ਬਾਬਿਆਂ ਦੀ ਜਦੋਜਹਿਦ ਤੇ ਆਪਣੇ ਪਿਤਾ ਦੇ ਅਰਮਾਨ, ਆਪਣੇ ਪਿਤਾ ਦੀ ਜੋ ਸੋਚ ਸੀ ਉਸ ਨਾਲ ਜੁੜੇ ਰਹਿਣ ਤੇ ਬਾਰ-ਬਾਰ ਇਹ ਸੋਚਣ। ਜਿਵੇਂ ਮੈਨੂੰ ਹਮੇਸ਼ਾ ਭੁੱਖ ਲੱਗਦੀ ਆ ਕਿ ਜਦੋਂ ਮੈਂ ਕਿਤੇ ਜਾਵਾਂ, ਮੈਨੂੰ ਹਰਦੀਪ ਕੌਰ ਭਾਵੜਾ ਡਿਪਟੀ ਕਮਿਸ਼ਨਰ ਤੋਂ ਪਹਿਲਾਂ ਜਾਂ ਮੇਰੀ ਅਹੁਦੇ ਤੋਂ ਪਹਿਲਾਂ ਇੱਕ ਵਾਰ ਲੋਕ ਜ਼ਰੂਰ ਕਹਿਣ ਇਹ ਸਾਹ ਮਹਿੰਦਰ ਸਿੰਘ ਜੀ ਦੀ ਬੇਟੀ ਆ। ਸੋ ਬੇਟਾ, ਗੋਡ ਬਲੈਸ ਯੂ। ਸੋ ਆਈ ਹੈਵ ਰਿਗਾਰਡ ਫॉर ਯੂ ਆਲ। ਸੋ ਥੈਂਕ ਯੂ ਵੈਰੀ ਮਚ। ਬਹੁਤ ਮੁਬਾਰਕ ਹੈ ਇਸ ਮੌਕੇ ਤੇ ਇੰਨੇ ਵੱਡੇ ਇਕੱਠ ਦਾ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਤੇ ਉਹਨਾਂ ਬੱਚਿਆਂ ਦਾ ਜਿਹੜੇ ਵਿਛੜ ਗਏ ਨੇ, ਉਹਨਾਂ ਦੀ ਚਰਨਾਂ ਦੇ ਵਿੱਚ ਸੱਚੀ ਮੁੱਚੀ ਇੱਕ ਨਿੱਘੀ ਯਾਦ ਦੇ ਕੇ ਸਤਿਕਾਰ ਦਾ ਹਮੇਸ਼ਾ ਉਹਨਾਂ ਦੀ ਯਾਦ ਦੇ ਵਿੱਚ ਇਹ ਫੁਲਵਾੜੀ ਖਿਲੀ ਰਵੇ। ਉਹ ਹਮੇਸ਼ਾ ਜਿਉਂਦਾ ਰਹਿਣਗੇ ਜਦੋਂ ਤੱਕ ਤੁਸੀਂ ਸੇਵਾ ਕਰਦੇ ਰਹੋਗੇ। ਜੀ ਵਿਛੜਦੇ ਨੇ ਪਰ ਤੁਸੀਂ ਜਿਉਂਦਾ ਰੱਖਣ ਲਈ ਜੇਕਰ ਕੁਝ ਕਰਦੇ ਰਹਿੰਦੇ ਹੋ, ਉਹਨਾਂ ਦੀਆਂ ਯਾਦਾਂ ਉਹਨਾਂ ਨੂੰ ਐਜ਼ ਇਟ ਇਜ਼ ਸਮਾਜ ਦੇ ਵਿੱਚ ਪੇਸ਼ ਕਰਦੀਆਂ ਰਹਿੰਦੀਆਂ ਨੇ। ਸੋ ਇੱਕ ਵਾਰ ਫਿਰ ਕਹੂੰਗੀ, ਇਹ ਯਾਦਾਂ ਨੂੰ ਹਮੇਸ਼ਾ ਤਾਜ਼ਾ ਜਿਉਂਦਾ ਰੱਖਣ ਲਈ, ਹਰਜੀਤ ਸਿੰਘ ਤੇ ਚਤਰ ਸਿੰਘ ਨੂੰ ਜਿਉਂਦਾ ਰੱਖਣ ਲਈ, ਆਪਣੇ ਬਾਬਿਆਂ ਦਾ ਨਾਂ ਜਿਉਂਦਾ ਰੱਖਣ ਲਈ ਪਰਿਵਾਰ ਦੇ ਬੱਚੇ ਤੇ ਇਸ ਇਲਾਕੇ ਦੇ ਲੋਕ ਇਹਨਾਂ ਨੂੰ ਆ ਕੇ ਮਿਲ ਕੇ ਚੁਣਾਉਂਦੇ ਵੀ ਰਹੋ ਕਿ ਅਸੀਂ ਜੀ ਉਹਨਾਂ ਦੀ ਯਾਦ ਨੂੰ ਅੱਗੇ ਵਧਾਉਣਾ। ਆਹ ਵੀ ਕੰਮ ਅਸੀਂ ਮਨੁੱਖਤਾ ਲਈ ਕਰੀਏ, ਆਹ ਵੀ ਕੰਮ ਅਸੀਂ ਮਨੁੱਖਤਾ ਲਈ ਕਰੀਏ। ਸੋ ਅੱਜ ਇੱਥੇ ਆ ਕੇ ਜੋ ਮੈਂ ਦੇਖਿਆ, ਮੈਂ ਤੁਹਾਡੇ ਨਾਲ ਇਸ ਤੋਂ ਬਾਅਦ ਵੀ ਸਲਾਹ ਕਰਾਂਗੀ ਕਿ ਅਸੀਂ ਹੋਰ ਕੀ ਜਿਹੜਾ ਆਪਣੇ ਟਰਸਟ ਵੱਲੋਂ ਤੁਸੀਂ ਕਰ ਸਕਦੇ ਹੋ। ਤੁਹਾਡੇ ਅੰਦਰ ਬਹੁਤ ਇੱਕ ਮਨੁੱਖਤਾ ਲਈ ਸੇਵਾ ਕਰਨ ਦੀਆਂ ਭਾਵਨਾਵਾਂ ਨੇ। ਸੋ ਵੀ ਵਿਲ ਬੀ ਇਨ ਟੱਚ। ਸੋ ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਜੀ? ਠੀਕ ਠਾਕ ਹੋ ਸਰ? माय डॉक्टर फ्रेंड्स और यहाँ पे आए हुए सब हाजिरीन, अ वेरी वार्म गुड मॉर्निंग। कहते हैं कि मैन इज मॉर्टल बट मेमोरीज आर इमॉर्टल। यादें टाइम के साथ धीरे धीरे कम हो जाती हैं, लेकिन कुछ यादें ऐसी होती हैं जो हमेशा के लिए रह जाती हैं, और कुछ ऐसी भी यादें होती हैं जिनको हम जिंदा रखना चाहते हैं, और किसी न किसी मौके पे, किसी न किसी जगह पे, किसी न किसी सर्कमस्टांसेस में वो यादें ताज़ा ऐसी हो जाती हैं कि हमें उसी टाइम में वापस ले जाती हैं और वक्त का पता नहीं चलता। सालों का सफ़र, सदियों का सफ़र, डेकेड्स का सफ़र मिनटों में ख़त्म हो जाता है, तो हम उसी दौर में। The best service is service to mankind, and service to mankind is service to God. दशमेश मेडिकल ट्रस्ट की तरफ से सरदार हरजीत सिंह और साहब चतर सिंह की यादों को ताज़ा रखने के लिए जो सर्विस ह्यूमैनिटी के लिए ये ट्रस्ट कर रहा है, इसके लिए मेरे पास कोई लफ्ज़ों में उसको बयान करके इसकी इम्पोर्टेंस को मैं कम नहीं करना चाहता। इट्स अ वेरी नोबल एक्ट कि आप लोगों को यहाँ पे सर्विस करके
उनकी यादों को ताज़ा करना है, यादों को जिंदा रखना है। मेडिकल कैंप्स में जो लोग ऐसे भी होते हैं जिनको वैसे अपनी बीमारी का पता नहीं होता, लेकिन यहाँ पे आके उनके एग्जामिनेशन के बाद उनके लिए उनको अपनी बीमारी के बारे में पता चल जाता है। जो सबसे लाइफ की बेस्ट ब्लेसिंग है वो लाइफ है, ज़िंदगी है। ज़िंदगी एक बार मिलती है। अगर ज़िंदगी को सस्टेन करने में आप किसी की हेल्प कर सकते हो, चाहे वो ट्रीटमेंट के ज़रिए है, चाहे वो अवेयरनेस के ज़रिए है, चाहे इस तरह के मेडिकल कैंप्स ऑर्गेनाइज करके, इससे बेहतर और कोई तरीका नहीं हो सकता। सो बाकी जो मेडिकल की बातें हैं, जैसे जैसे पेशेंट आते रहेंगे हम उनको बताते रहेंगे। विद दीज वर्ड्स आई थैंक ऑल ऑफ यू। थैंक यू सो मच। देखो सावर सिंह जी, करनैल सिंह जी दशमेश ਜਿਹੜੇ ਟਰਸਟ ਬਣਿਆ ਆਪਣੇ ਬੱਚਿਆਂ ਦੀ ਯਾਦ ਵਿੱਚ ਜਦੋਂ ਇਹ ਮਨੁੱਖਤਾ ਦੀ ਸੇਵਾ ਲਈ ਐਡਾ ਵੱਡਾ ਕੰਮ ਕਰ ਰਹੇ ਨੇ, ਮੈਂ ਸਮਝਦੀ ਹਾਂ ਇਸ ਸਮਾਜ ਨੂੰ ਇੱਕ ਸੁਨੇਹਾ ਆ ਕਿ ਜਦੋਂ ਤੁਸੀਂ ਕਿਸੇ ਵੀ ਸੁੱਖ 'ਚੋਂ ਜਾਂ ਦੁੱਖ 'ਚੋਂ ਤੇ ਉਹਦੀ ਯਾਦ ਵਿੱਚ ਇੰਸਟੈਡ ਆਫ ਕਿ ਵੱਡੀਆਂ ਪਾਰਟੀਆਂ ਅਰੇਂਜ ਕਰਨਾ, ਇੰਸਟੈਡ ਆਫ ਕਿ ਤੁਸੀਂ ਵੈਸੇ ਇੱਕ ਲੰਗਰ ਲਗਾ ਦੇਣਾ, ਸੋ ਮੈਂ ਸਮਝਦੀ ਹਾਂ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਸੁਨੇਹਾ ਜਾਣਾ ਚਾਹੀਦਾ। ਤੁਸੀਂ ਦੇਖ ਰਹੇ ਹੋ ਕਿੰਨੇ ਕੁ ਗਰੀਬ ਲੋਕ ਨੇ ਜਿਹੜੇ ਇਸ ਕੈਂਪ ਦਾ ਲਾਹਾ ਲੈ ਰਹੇ ਨੇ ਤੇ ਕਿੰਨੇ ਕਾਬਲ ਡਾਕਟਰ ਆਏ। ਦੇਖੋ ਇੱਥੋਂ ਸਭ ਤੋਂ ਮਾਹਰ ਡਾਕਟਰ ਜਿਹੜੇ ਹੈਗੇ ਨੇ, ਹਾਰਟ ਸਪੈਸ਼ਲਿਸਟ ਡਾਕਟਰ ਨੇ, ਤੇ ਤੁਸੀਂ ਮੈਂ ਟੀਮਾਂ ਦਾ ਨਾਮ ਹੁਣੇ ਪੜ੍ਹਿਆ। ਬੜੀ ਵੱਡੀ ਗੱਲ ਹੈ ਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਆਪਣੀ ਇੱਕ ਗੱਡੀ ਦੀ ਫੇਰੀ ਦੇ ਕੇ ਬਹੁਤ ਵੱਡੇ ਡਾਕਟਰਸ ਦੇ ਬਾਰੇ ਸੁਨੇਹਾ ਦਿੱਤਾ ਕਿ ਡਾਕਟਰ ਇੱਥੇ ਹੋਣਗੇ, ਔਰ ਇੱਥੇ 700-800 ਬੰਦਾ ਹੁਣ ਹਾਜ਼ਰ ਹੈ। ਪਰ ਮੈਂ ਸਮਝਦੀ ਕਿ ਸ਼ਾਮ ਤੱਕ ਜਦੋਂ ਕੈਂਪ ਚੱਲੇਗਾ ਕਰੀਬ ਇੱਥੇ 1500 ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣਗੇ। ਲੱਗਦਾ ਮੈਨੂੰ ਇਸ ਤਰ੍ਹਾਂ ਦੇ ਕੈਂਪਾਂ ਨਾਲ ਗਰੀਬ ਲੋਕਾਂ ਨੂੰ ਫਾਇਦਾ ਹੁੰਦਾ। ਬਿਲਕੁਲ ਜੀ ਠੀਕ ਹੈ, ਸਰਕਾਰਾਂ ਭਾਵੇਂ ਆਪਣੀ ਜਗ੍ਹਾ 'ਤੇ ਜੋ ਵੀ ਕਰ ਰਹੀਆਂ ਨੇ, ਔਰ ਸਿੱਧੇ ਤੌਰ 'ਤੇ ਮੈਂ ਸਮਝਦੀ ਹਾਂ ਜਦੋਂ ਇਸ ਤਰ੍ਹਾਂ ਦੇ ਲੋਕ ਜਿਹੜੇ ਸਮਾਜ ਪ੍ਰਤੀ ਤਤਪਰ ਹੁੰਦੇ ਨੇ, ਉਹ ਦਿਲੋਂ ਨਸ਼ਾਵਰ ਹੋ ਕੇ ਮਨੁੱਖਤਾ ਦੀ ਸੇਵਾ ਕਰਦੇ ਨੇ, ਸਿੱਧੇ ਤੌਰ 'ਤੇ ਉਦੋਂ ਹੀ ਕਿਸੇ ਨੂੰ ਆਰਾਮ ਆਉਂਦਾ ਹੈ ਜਦੋਂ ਗਲਵੱਕੜੀ ਪਾ ਕੇ ਕਹਿੰਦੇ ਨੇ ਆ ਤੂੰ ਇੱਥੇ ਬੈਠ ਕੇ ਮੈਂ ਤੇਰੀ ਦਵਾਈ ਕਰਾਣੀ ਹੈ। ਸੋ ਇਹ ਬੜਾ ਵੱਡਾ ਸੁਣਿਆ ਜੀ। ਸੋ ਮੈਂ ਇਸ ਗੱਲ 'ਤੇ ਬੜੀ ਪ੍ਰਭਾਵਿਤ ਹਾਂ। ਸੋ ਮੈਨੂੰ ਬਹੁਤ ਇਹਨਾਂ ਨੂੰ ਮੈਂ ਸਲਾਮ ਵੀ ਕਰਦੀ ਹਾਂ ਕਿ ਐਡੇ ਵੱਡੇ ਹੌਸਲੇ ਦੇ ਨਾਲ ਖਰਚਾ ਕਰਨਾ, ਪਿਆਰ ਦੇਣਾ ਔਰ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਨਸ਼ਾਵਰ ਹੋਣਾ ਇੱਕ ਬੜੀ ਵੱਡੀ ਕਹਾਣੀ ਹੈ ਜੀ। ਥੈਂਕ ਯੂ ਸੋ ਮਚ। ਉਹਨਾਂ ਨੂੰ ਕਰ ਲਿਆ, ਉਹਨਾਂ ਨੂੰ ਕਰ ਦਿਓ। Nice to see you. ਇਹ ਉਹਨਾਂ ਬੱਚਿਆਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਸੋ ਇਹ ਮੈਡੀਕਲ ਕੈਂਪ ਲਗਾ ਰਹੇ ਨੇ। ਹਰਜੀਤ ਸਿੰਘ ਦੋਨੋਂ ਬੱਚਾ Yeah, he mentioned, yeah. And I am part of the. So like I said, she was from the excise and taxation department. Okay, she was there for Ludhiana? Yeah. So I'm looking into 17 districts as his application investigation. Nice to meet you. Welcome, ma'am. Likewise. मैं रिक्वेस्ट करूँगा डिप्टी कमिश्नर ऑफ मलेरकोटला माधवी कटारिया जी का कि प्लीज ਸਾਰੇ ਮਲੇਰਕੋਟਲਾ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੱਜ ਖਾਸ ਤੌਰ ਤੇ ਇੱਥੇ ਆ ਕੇ ਖੁਸ਼ੀ ਹੋਈ ਹੈ ਕਿਉਂਕਿ ਇੱਕ ਬਹੁਤ ਹੀ ਨੋਬਲ ਕਾਜ਼ ਜਿਹੜਾ ਬਾਬਾ ਨਾਨਕ ਜੀ ਦੇ ਦਿਖਾਏ ਰਸਤੇ ਤੇ ਚੱਲਣ ਦਾ ਹੀ ਇੱਕ ਐਗਜ਼ਾਮਪਲ ਹੈ, ਇੱਕ ਇਹੋ ਜਿਹਾ ਉਦਮ ਜਿਹੜੀ ਕਿ ਲੋਕਾਈ ਵਾਸਤੇ ਬਹੁਤ ਹੀ ਲਾਹੇਵੰਦ ਹੈ। ਪਰਿਵਾਰ ਦੇ ਜੋ ਦੋ ਜੀ ਜਿਹੜੇ ਵਿਛੋੜਾ ਦੇ ਗਏ, ਚਤਰ ਸਿੰਘ ਤੇ ਹਰਜੀਤ ਸਿੰਘ ਜੀ, ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਹੈਲਥ ਕੈਂਪ ਪਿਛਲੇ 8 ਸਾਲ ਤੋਂ ਲਗਾਇਆ ਜਾ ਰਿਹਾ ਹੈ ਤੇ ਕਰੋਨਾ ਕਰਕੇ ਨਹੀਂ ਲਗਾਇਆ ਜਾ ਸਕਿਆ ਤੇ ਹੁਣ ਹਾਲਾਤ ਬਿਹਤਰ ਹੋਣ ਕਰਕੇ ਫਿਰ ਤੋਂ ਸ਼ੁਰੂਆਤ ਕੀਤੀ ਗਈ ਹੈ ਔਰ ਸਾਰੀਆਂ ਸੰਗਤਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਮੇਰੇ ਲਈ ਵੀ
ਬਹੁਤ ਹੀ ਇੱਕ ਹੌਸਲੇ ਵਾਲੀ ਗੱਲ ਹੈ। ਮੈਂ ਸਰਦਾਰ ਅਮਰ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ, ਸਾਰੇ ਕੁਨਬੇ ਨੂੰ ਅੱਜ ਦੇ ਦਿਨ ਵਿਛੋੜੇ ਪਾ ਗਏ ਸਾਡੇ ਜਿਹੜੇ ਵੀਰ ਸੀਗੇ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਅਰਦਾਸ ਕਰਦੀ ਹਾਂ। ਔਰ ਮੈਂ ਇਹ ਸਮਝਦੀ ਹਾਂ ਕਿ ਇਸ ਤੋਂ ਵੱਡੀ ਉਹਨਾਂ ਨੂੰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਜਿਹੜਾ ਇੰਨਾ ਲੋਕ ਪੱਖੀ ਕੰਮ ਕੀਤਾ ਜਾ ਰਿਹਾ ਹੈ। ਸੋ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੇ ਆਪਾਂ ਸਾਰੇ ਮਿਲ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਜਿਸ ਤਰ੍ਹਾਂ ਦਾ ਹੈਲਥ ਕੈਂਪ ਵੱਖ-ਵੱਖ ਤੁਹਾਡੀਆਂ ਤਕਲੀਫਾਂ ਲਈ, ਤੁਹਾਨੂੰ ਰਾਹਤ ਦੇਣ ਲਈ ਜੋ ਸਾਰਾ ਉਪਰਾਲਾ ਕੀਤਾ ਗਿਆ ਹੈ, ਮੈਂ ਆਸ ਕਰਦੀ ਹਾਂ ਕਿ ਅੱਛੇ ਡਾਕਟਰਸ, ਅੱਛੀ ਨੀਅਤ ਇਸ ਦੇ ਨਾਲ ਚੱਲ ਕੇ ਆਪਣੇ ਮਲੇਰਕੋਟਲੇ ਜ਼ਿਲ੍ਹੇ ਦੇ ਸਾਰੇ ਵਸਨੀਕ ਚੰਗੀ ਸਿਹਤ ਦਾ ਲਾਭ ਉਠਾਉਣਗੇ। ਇੱਕ ਗੱਲ ਹੋਰ ਜਿਹੜੀ ਮੈਂ ਕਰਨਾ ਜ਼ਰੂਰੀ ਸਮਝਦੀ ਹਾਂ ਉਹ ਹੈ ਕਿ ਆਪਾਂ ਜਾਣਦੇ ਹਾਂ ਪਿਛਲੇ ਸਾਲ ਵੀ ਇਹ ਕੈਂਪ ਨਹੀਂ ਲੱਗਿਆ ਕਿਉਂਕਿ ਕਰੋਨਾ ਸੀਗਾ। ਕਰੋਨਾ ਦੀ ਮਹਾਮਾਰੀ ਨਾਲ ਆਪਾਂ ਹੀ ਨਹੀਂ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਔਰ ਆਪਾਂ ਉਸ ਟਾਈਮ ਸੋਚਦੇ ਸੀ ਰੱਬਾ ਸਾਨੂੰ ਦਵਾਈ ਮਿਲ ਜਾਏ ਜਾਂ ਕੋਈ ਟੀਕਾ ਆ ਜਾਏ, ਇਸ ਤਰ੍ਹਾਂ ਹੀ ਸੋਚਦੇ ਸੀ ਨਾ। ਅਸੀਂ ਸੋਚਦੇ ਸੀ ਪਤਾ ਨਹੀਂ ਇਸ ਮਹਾਮਾਰੀ ਦਾ ਕੋਈ ਅੰਤ ਹੋਣਾ ਹੈ ਕਿ ਨਹੀਂ ਹੋਣਾ, ਔਰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਔਰ ਇਸ ਤਰ੍ਹਾਂ ਦੇ ਸੰਸ਼ੇ ਸੀ ਕਿ ਆਪਣੀ ਜ਼ਿੰਦਗੀ ਹੀ ਦੇ ਅੱਗੇ ਹੀ ਇੱਕ ਪ੍ਰਸ਼ਨ ਚਿੰਨ੍ਹ ਲੱਗ ਗਿਆ ਸੀ ਜਿਸ ਤਰ੍ਹਾਂ। ਸੋ ਵਿਗਿਆਨਕਾਂ ਨੇ ਜੀਵਨ ਨੂੰ ਬਚਾਉਣ ਲਈ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਕਿ ਮੌਤ ਨੂੰ ਪਰਾਸਤ ਦੇਣ ਲਈ ਹਮੇਸ਼ਾ ਤਤਪਰ ਰਹਿੰਦੀਆਂ ਨੇ ਤੇ ਟੀਕੇ ਦਾ ਅਵਿਸ਼ਕਾਰ ਹੋ ਗਿਆ, ਟੀਕਾ ਬਣ ਗਿਆ ਜਿਸ ਨਾਲ ਕਿ ਅਸੀਂ ਸਾਰੇ ਸੁਰੱਖਿਅਤ ਰਹਿ ਸਕਦੇ ਹਾਂ। ਸੋ ਇਹਦੇ ਨਾਲ ਜਿਹੜੀ ਮੇਰੀ ਜੁੜਦੀ ਗੱਲ ਤੇ ਜਿਹੜੀ ਤੁਹਾਨੂੰ ਸਭ ਨੂੰ ਅਪੀਲ ਹੈ ਉਹ ਇਹ ਹੈ ਕਿ ਆਪਣੇ ਜ਼ਿਲ੍ਹੇ ਦਾ ਇੱਕ ਵਸਨੀਕ ਜਿਹੜਾ ਹੈਗਾ 18 ਸਾਲ ਤੋਂ ਵੱਧ ਦੀ ਉਮਰ ਦਾ, ਉਸ ਨੂੰ ਕੋਵਿਡ ਦਾ ਜਿਹੜਾ ਵੈਕਸੀਨ ਹੈ ਉਹ ਟੀਕਾ ਜ਼ਰੂਰ ਲੱਗਿਆ ਹੋਣਾ ਚਾਹੀਦਾ ਹੈ। ਵਿਛੋੜਾ ਪਾ ਗਏ ਜਿਹੜੇ ਸਾਡੇ ਵੀਰ ਸੀ ਉਹਨਾਂ ਨੂੰ ਵੀ ਇਹ ਸ਼ਰਧਾਂਜਲੀ ਹੋਏਗੀ ਕਿ ਅੱਜ ਦੇ ਦਿਨ ਜਿਹੜਾ ਇੱਥੇ ਖਾਸ ਤੌਰ ਤੇ ਕੋਵਿਡ ਦੇ ਟੀਕਾਕਰਨ ਦਾ ਵੀ ਦਾ ਕੈਂਪ ਲਗਾਇਆ ਗਿਆ ਹੈ ਉਸ ਨੂੰ ਅਸੀਂ ਪੂਰੀ ਤਰ੍ਹਾਂ ਸਫਲ ਕਰੀਏ, ਕਿਉਂਕਿ ਹੁਣ ਅਸੀਂ ਮਾਸਕ ਵੀ ਲਾ ਦਿੱਤੇ ਨੇ, ਅਸੀਂ ਹੋਰ ਅਵੇਸਲੇ ਹੋ ਗਏ ਹਾਂ ਕਿ ਸ਼ਾਇਦ ਹੁਣ ਇਹ ਜਿਹੜਾ ਅਸੀਂ ਕਹਿਰ ਇਹਦਾ ਸਮਾਂ ਖਤਮ ਹੋ ਗਿਆ ਹੈ। ਲੇਕਿਨ ਮੇਰੇ ਮਲੇਰਕੋਟਲਾ ਜ਼ਿਲ੍ਹੇ ਦੇ ਸਾਰੇ ਵਸਨੀਕੋ ਮੇਰੀ ਗੱਲ ਦਾ ਯਕੀਨ ਕਰਨਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਹ ਇੱਕ ਐਸਾ ਗੁੰਝਲਦਾਰ ਵਾਇਰਸ ਹੈ ਜਿਹੜਾ ਵੱਖ-ਵੱਖ ਰੂਪ ਆਕਾਰ ਵਿੱਚ ਸਾਹਮਣੇ ਆ ਜਾਂਦਾ ਹੈ। ਕੱਲ ਜਦੋਂ ਮੈਂ ਅਖਬਾਰ ਪੜ੍ਹ ਰਹੀ ਸੀ ਤਾਂ ਮੇਰੇ ਸਾਹਮਣੇ ਖਬਰ ਆਈ ਕਿ ਜਰਮਨੀ ਦੇ ਵਿੱਚ 300 ਲੋਕ ਪ੍ਰਭਾਵਿਤ ਹੋ ਗਏ ਹੈ ਔਰ ਹੋਰ ਵੀ ਯੂਰਪ ਵਿੱਚ ਕਈ ਜਗ੍ਹਾ ਤੇ ਲਾਕਡਾਊਨ ਫਿਰ ਲੱਗਣ ਲੱਗ ਗਿਆ ਹੈ। ਸੋ ਇੱਕ ਪ੍ਰਸ਼ਾਸਨ ਦੇ ਵੱਲੋਂ ਤੇ ਇੱਕ ਮਨੁੱਖੀ ਤੌਰ ਤੇ ਮੈਂ ਸੋਚਦੀ ਹਾਂ ਕਿ ਸਾਨੂੰ ਫਾਇਰ ਫਾਈਟਿੰਗ ਨਹੀਂ ਕਰਨੀ ਚਾਹੀਦੀ ਕਿ ਜਦੋਂ ਅੱਗ ਲੱਗੇ ਤੇ ਅਸੀਂ ਉਦੋਂ ਉਹਨੂੰ ਬੁਝਾਉਣ ਦਾ ਯਤਨ ਕਰੀਏ, ਬਲਕਿ ਸਾਨੂੰ ਆਪਣੀ ਸੂਝਵਾਨ ਹੋ ਕੇ ਸਮੇਂ ਸਿਰ ਜੋ ਸਾਡੇ ਤੇ ਮੁਸੀਬਤ ਪੈ ਸਕਦੀ ਹੈ ਉਹਦਾ ਹੱਲ ਲੱਭ ਲੈਣਾ ਚਾਹੀਦਾ ਹੈ। ਸੋ ਇਹਨਾਂ ਸ਼ਬਦਾਂ ਨਾਲ ਕਿ ਤੁਸੀਂ ਸਾਰੇ ਜੋ ਇੱਥੇ ਆਏ ਹੋ ਜਿਨ੍ਹਾਂ ਨੂੰ ਫਰਸਟ ਡੋਜ਼ ਲੱਗ ਚੁੱਕੀ ਹੈ ਤੇ ਹਲੇ ਸੈਕਿੰਡ ਡੋਜ਼ ਲੱਗ ਸਕਦੀ ਹੈ, ਉਹ ਸਮਾਂ ਜਿਹੜਾ ਹੈ ਉਸ ਹਿਸਾਬ ਨਾਲ ਤੁਸੀਂ ਸੈਕਿੰਡ ਡੋਜ਼ ਜ਼ਰੂਰ ਲਗਵਾਉਣੀ ਹੈ। ਜਿਨ੍ਹਾਂ ਨੂੰ ਫਰਸਟ ਡੋਜ਼ ਵੀ ਨਹੀਂ ਲੱਗੀ ਤੇ ਉਹ ਫਰਸਟ ਡੋਜ਼ ਵੀ ਜ਼ਰੂਰ ਲਗਵਾਉਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਸ ਕਰਦੀ ਹਾਂ ਕਿ ਅੱਜ ਦਾ ਇਹ ਹੈਲਥ ਕੈਂਪ ਪੂਰਨ ਰੂਪ ਵਿੱਚ ਕਾਮਯਾਬ ਹੋਏਗਾ। ਜਿਹੜੇ ਸੋਹਣੇ ਭਾਵ ਦੇ ਨਾਲ ਇਸ ਦਾ ਆਯੋਜਨ ਕੀਤਾ ਗਿਆ ਹੈ, ਇਸ ਦੀ ਸਮਾਪਤੀ ਵੀ ਉਨੇ ਹੀ ਖੂਬਸੂਰਤ ਤਰੀਕੇ ਨਾਲ ਹੋਏਗੀ। ਇੱਕ ਵਾਰੀ ਫਿਰ ਪਰਿਵਾਰ ਦੇ ਨਾਲ ਮੈਂ ਅੱਜ ਦੀ ਘੜੀ ਸਹਾਨੂਭੂਤੀ ਕਰਦੇ ਹੋਏ ਵਿਛੜੇ ਨੂੰ ਯਾਦ ਕਰਦੀ ਹਾਂ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਲੋ ਚੱਕੋ ਜੀ ਪਰ ਸੱਚ ਉਸ ਵਾਸਤੇ ਤੁਹਾਨੂੰ ਕਹਾਂਗੇ, ਅਪੀਲ ਕਰੂੰਗੀ ਵੀ ਵੱਧ ਤੋਂ ਵੱਧ ਕੈਂਪ ਲਵਾਉਣ ਤਾਂ ਇਸ ਤਰ੍ਹਾਂ ਜਿਵੇਂ ਅੱਜ ਲਾਹਾ ਮਿਲਿਆ ਵੱਡੀ ਗਿਣਤੀ ਦੇ ਵਿੱਚ। ਜੀ ਬਿਲਕੁਲ। ਮੈਂ ਮਲੇਰਕੋਟਲਾ ਦੇ
एक वासी एक इंसान, चाहे वो इंडस्ट्रीलिस्ट होए, किसी भी खिते च होए, चाहे वो NGOs हो, हर व्यक्ति अपने समाजिक जिम्मेवारी में समझदिया होया अपना योगदान पा सकता है। सो फिलहाल भी असी जोड़े कैंप लगा रहे हैं, जिस तरह तुम जानते हो कि ANM लोग उन्होंने स्ट्राइक है, आशा वर्कर्स की स्ट्राइक है। सो इन्नियां ज़्यादा ऑफर के बावजूद असी प्राइवेट सैक्टर चों, नर्सिंग इंस्टीट्यूशन चों स्टूडेंट्स वगैरह सब नूं असी जिन्ना मैक्सिमम इकट्ठा कर सकते सी असी वो इकट्ठा किया। साडे कोल पैसे भी नहीं सी, वो भी साढ़े कुछ इंडस्ट्रीलिस्ट वीरां ने सानू पब्लिसिटी लई टीमां नूं घर घर लिजाण लई। सो कुल मिला के अज की दिहाड़ी भी मैं कह सकती हाँ कि साडे नाल बहुत लोग अपने अपने ढंग नाल जुड़े ने, ताकि असीं इन्हां कैंपां दा लोकां तक फायदा पहुँचा सकीए। और मेरी तुहाडे माध्यम तो ये भी अपील रहेगी कि जो भी साडे जिले दा, चाहे इंडस्ट्रीलिस्ट है, चाहे किसी तरह का भी वो दान देना चाहता है, कोई सिर्फ आप ही मुनादी कर देना चाहता है, कोई सिर्फ आप ही 50 लोगों को कैंप च ले आ जाना चाहिए। सो ये सिर्फ ये नहीं कि कोई माया की मदद चाहिए, चंगी नीयत के नाल एक समाजिक अपने कर्तव्य को समझते हुए, और औकड़ का ये समा है जिथे जिम्मेवारी सब तो बड़ी चीज़ है। थैंक यू। हर जियो हर जियो निमाणिया तू मान, हर जियो हर जियो निमाणिया तू मान, हर जियो हर जियो निमाणिया तू मान, नचीदिया चीज करे मेरा गोविंद, तेरी कुदरत का कुर्बान, नचीदिया चीज करे मेरा गोविंद, तेरी कुदरत का कुर्बान, तेरी कुदरत का कुर्बान, हर जियो हर जियो निमाणिया तू मान, हर जियो हर जियो निमाणिया
जी जी बिल्कुल। मैं मलेरकोटला दे एक वासी एक इंसान, चाहे वो इंडस्ट्रीलिस्ट होए, किसी भी खिते च होए, चाहे वो NGOs होन, हर व्यक्ति अपने समाजिक जिम्मेवारी नूं समझदियां होया अपना योगदान पा सकता है। सो फिलहाल भी असी जोड़े कैंप लगा रहे हैं, जिस तरह तुसी जानते हो कि ANM लोग इन्हां दी स्ट्राइक है, आशा वर्कर्स की स्ट्राइक है। सो इन्नियां ज़्यादा औकड़ां दे बावजूद असी प्राइवेट सैक्टर चों, नर्सिंग इंस्टीट्यूशन चों स्टूडेंट्स वगैरह सब नूं असी जिन्ना मैक्सिमम इकट्ठा कर सकते सी असी वो इकट्ठा किया। साडे कोल पैसे भी नहीं सी, वो भी साढ़े कुछ इंडस्ट्रीलिस्ट वीरां ने सानू पब्लिसिटी लई, टीमां नूं घर घर लिजाण लई। सो कुल मिला के अज दी दिहाड़ी भी मैं कह सकनी हाँ कि साडे नाल बहुत लोग अपने अपने ढंग नाल जुड़े ने, ताकि असी इन्हां कैंपां दा लोकां तक फ़ायदा पहुँचा सकीए। और मेरी तुहाडे माध्यम तो ये भी अपील रहेगी कि जो भी साडे जिले दा, चाहे इंडस्ट्रीलिस्ट है, चाहे किसी तरह का भी वो दान देना चाहता है, कोई सिर्फ आप ही मुनादी कर देना चाहता है, कोई सिर्फ आप ही 50 लोगों को कैंप च ले आ जाना चाहिए। सो ये सिर्फ ये नहीं कि कोई माया की मदद चाहिए, चंगी नीयत दे नाल एक समाजिक अपने कर्तव्य नूं समझते हुए, और औकड़ दा ये समा है जिथे जिम्मेवारी सब तो वड्डी चीज़ है। देखो इतों सब तो माहर डॉक्टर जिहड़े हैगे ने, हार्ट स्पैशलिस्ट डॉक्टर इत्थे तुसीं मैं टीमां दा नाम हुणे पढ़िया, बड़ी वड्डी गल है कि इन्होंने इस इलाके दे विच अपनी एक गड्डी दी फेरी दे के बहुत वड्डे डॉक्टर्स दे बारे सुनिया दिता कि डॉक्टर्स इत्थे होणगे, और इत्थे 700-800 बंदा हुण हाज़र है। पर मैं समझदी कि शाम तक जो कैंप चलेगा करीब इत्थे 1500 लोग जिहड़े ने इहदा फ़ायदा ले सकणगे। लगदा मैनूं इस तरह के कैंपां नाल गरीब लोकां नूं फायदा हुंदा? बिल्कुल जी ठीक है, सरकारां भावें अपनी जगह ते जो भी कर रही ने, और सीधे तौर पर मैं समझदी जो इस तरह के लोग जिहड़े समाज प्रति तत्पर होंदे ने, वो दिलों नशावर होकर मनुखता की सेवा करते हैं। सीधे तौर पर उदों ही किसी को आराम आता है जो गलवकड़ी पा के कहते हैं आ तू इत्थे बैठ ते मैं तेरी दवाई करानी है। सो बड़ा वड्डा सुनिया जी। सो मैं इस गल ते बड़ी प्रभावित हाँ। सो मैनूं बहुत इन्हों मैं सलाम भी करदी हाँ कि एडे वड्डे हौसले के नाल खर्चा करना, प्यार देना और पूरे परिवार नूं नाल लेके नशावर होना एक बड़ी वड्डी कहानी है जी। थैंक यू सो मच। देखो कैंप्स ਦਾ ਜਿਹੜਾ ਹੁੰਦਾ ਹੈ ਵੀ ਇਹ ਫਾਇਦਾ ਤਾਂ ਹੁੰਦਾ ਹੈਗਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਹੁਣ ਇਹ ਕਿੰਨਾ ਹੁੰਦਾ ਹੈਗਾ, ਜਿਸ ਤਰ੍ਹਾਂ ਹੁੰਦਾ ਪੇਸ਼ੈਂਟ ਕਈ ਵਾਰ ਹੁੰਦਾ ਵੀ ਬੜੇ ਹਸਪਤਾਲ ਜਾਣ ਤੋਂ ਡਰਦੇ ਆ, ਇਨਵੈਸਟੀਗੇਸ਼ਨ ਨਹੀਂ ਕਰਾ ਸਕਦੇ, ਸੋ ਜਾਂ ਕਈ ਹੁੰਦਾ ਟ੍ਰੀਟਮੈਂਟ ਅਫੋਰਡ ਨਹੀਂ ਕਰ ਸਕਦੇ। ਜਿਸ ਤਰ੍ਹਾਂ ਮੈਡੀਕਲ ਕੈਂਪਸ ਹੁੰਦੇ ਆ, ਆਪਾਂ ਟੈਸਟ ਕਰਦੇ ਹਾਂ। ਕਈ ਬਲੱਡ ਪ੍ਰੈਸ਼ਰ ਵਾਲੇ ਪੇਸ਼ੈਂਟ ਹੁੰਦੇ ਜਿਨ੍ਹਾਂ ਦਾ ਨੂੰ ਨਹੀਂ ਪਤਾ ਹੁੰਦਾ, ਬਲੱਡ ਪ੍ਰੈਸ਼ਰ ਦਾ ਪਤਾ ਚੱਲ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਸ਼ੂਗਰ ਟੈਸਟ ਕਰਾਂਗੇ, ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਸ਼ੂਗਰ ਦਾ ਪਤਾ ਚੱਲ ਜਾਂਦਾ ਹੈ। ਔਰ ਕੁਛ ਮੈਡੀਸਨ ਵੀ ਫ੍ਰੀ ਦਿੱਤੀ ਜਾਂਦੀ ਹੈਗੀ ਵੀ ਜਿਹਦੇ ਨਾਲ ਪੇਸ਼ੈਂਟਾਂ ਨੂੰ ਫਾਇਦਾ ਹੁੰਦਾ ਹੈਗਾ। ਫਾਇਦਾ ਤਾਂ ਡੈਫੀਨੇਟਲੀ ਹੁੰਦਾ ਹੈਗਾ ਇਹਨਾਂ ਚੀਜ਼ਾਂ ਦਾ। ਔਰ ਦੂਸਰਾ ਇਹ ਚੀਜ਼ ਹੈ ਕਿ ਅਵੇਅਰਨੈਸ ਵੀ ਹੋ ਜਾਂਦੀ ਹੈ ਉਹਨਾਂ ਨਾਲ। ਡਿਜ਼ੀਜ਼ ਦੀ ਦੋਨੋਂ ਚੀਜ਼ਾਂ, ਅਵੇਅਰਨੈਸ ਵੀ ਜ਼ਰੂਰੀ ਹੈ ਅਤੇ ਟ੍ਰੀਟਮੈਂਟ ਵੀ ਜ਼ਰੂਰੀ ਹੈ। ਸੋ ਇਹ ਕੈਂਪਸ ਹੀ ਫਾਇਦਾ ਹੁੰਦਾ ਹੈ। फायदा हो रहा सर इस तरह नहीं जो कैंप लगे है? नहीं डेफिनेटली देखो हले ਆਪਾਂ ਹੁਣ ਸ਼ੁਰੂ ਕਰਦੇ ਹਾਂ। ਹੁਣ ਜਿਸ ਤਰ੍ਹਾਂ ਦੇਖਾਂਗੇ ਪੇਸ਼ੈਂਟ ਕੁਛ ਤਾਂ ਪੁਰਾਣੇ ਪੇਸ਼ੈਂਟ ਹੋਣਗੇ ਜਿਹੜੇ ਆਲਰੇਡੀ ਟ੍ਰੀਟਮੈਂਟ ਲੈ ਰਹੇ ਹੈਗੇ ਜਾਂ ਉੱਥੇ ਨਹੀਂ ਆ ਸਕਦੇ ਹੈਗੇ, ਆਪਾਂ ਉਹਨਾਂ ਨੂੰ ਦੁਬਾਰਾ ਟ੍ਰੀਟਮੈਂਟ ਦੇ ਕੇ ਉਹਨਾਂ ਦੀ ਰਿਵਾਈਜ਼ ਕਰ ਦਾਂਗੇ। ਜੇ ਕੁਝ ਆਲਟਰੇਸ਼ਨਸ ਕਰਨੀ ਹੈ, ਕੁਝ ਚੇਂਜਸ ਕਰਨੀ ਹੈ ਜਾਂ ਕੋਈ ਇਨਵੈਸਟੀਗੇਸ਼ਨ ਕਰਨੀ ਹੈ ਉਹ ਕਰ ਦੇਂਗੇ। ਬੰਦ ਕਰਾਈ ਫੋਨ? ਹਾਂਜੀ, ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਜੀ। ਸਾਨੂੰ ਹਰੇਕ ਵਾਰ ਕੈਂਪ ਲਗਾ ਰਹੇ ਨੇ ਇਹ, ਸਾਰਿਆਂ ਦੀ ਮਤਲਬ ਚੰਗੀ ਤਰ੍ਹਾਂ ਡਾਕਟਰ ਗੌਰ ਨਾਲ ਗੱਲ ਸੁਣ ਰਹੇ ਨੇ। ਫ੍ਰੀ ਹੈ ਜੀ ਬਿਲਕੁਲ ਸਾਰਾ ਕੁਝ। ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਨੇ? ਹਾਂਜੀ, ਸਾਰੇ ਕੈਂਪ ਲੱਗਣੇ ਚਾਹੀਦੇ ਨੇ। ਗਰੀਬਾਂ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੈ। ਕਿੰਨੇ ਕੁ ਲੋਕ ਹੁਣ ਗਰੀਬ ਔਖੇ ਨੇ? ਬਹੁਤ ਔਖੇ ਨੇ ਜੀ। ਕਿਸੇ ਨੂੰ ਕਾਸੇ ਦੀ ਕੈਂਸਰ ਤੱਕ ਬਿਮਾਰੀਆਂ ਨੇ, ਕਾਲਾ ਪੀਲੀਆ ਵਗੈਰਾ ਹੋਰ ਬਹੁਤ ਰੋਗ ਨੇਗੇ। ਅਸੀਂ ਕਹਿੰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਗਰੀਬਾਂ ਦਾ ਇਲਾਜ ਫ੍ਰੀ ਕਰਾਉਂਦੇ ਨੇ ਜੀ। ਅੱਜ ਜਿਹੜਾ ਇਹ ਕੈਂਪ ਅਸੀਂ ਲਗਾ ਰਹੇ ਹਾਂ ਦਸਮੇਸ਼ ਗਰੁੱਪ ਵੱਲੋਂ, ਇਹ ਸਾਤੋਂ ਸਾਡੇ ਹੋਣਹਾਰ ਬੱਚੇ ਕਾਕਾ ਹਰਜੀਤ ਸਿੰਘ ਤੇ ਕਾਕਾ ਚਤਰ ਸਿੰਘ ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਸਾਤੋਂ ਵਿਛੜ ਗਏ ਸਨ ਅਲੱਗ-ਅਲੱਗ ਬਿਮਾਰੀਆਂ ਨਾਲ, ਤੇ ਉਹਨਾਂ ਦੀ ਯਾਦ ਵਿੱਚ ਅਸੀਂ ਫਿਰ ਪਰਿਵਾਰ ਨੇ ਫੈਸਲਾ ਕੀਤਾ ਵੀ ਉਹਨਾਂ ਦੀ ਯਾਦ ਨੂੰ ਕਿਵੇਂ ਤਾਜ਼ਾ ਕੀਤਾ ਜਾਵੇ। ਅਸੀਂ ਫਿਰ ਸੋਚਿਆ ਵੀ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਆਪਣੇ ਉਹਨਾਂ ਦੀ ਯਾਦ ਹੈ। ਅਸੀਂ ਫਿਰ ਪਰਿਵਾਰ ਨੇ ਸਾਰੇ ਦਸਮੇਸ਼ ਚੈਰੀਟੇਬਲ ਟਰਸਟ ਬਣਾਇਆ ਪਹਿਲਾਂ, ਉਸ ਤੋਂ ਬਾਅਦ ਫਿਰ ਉਹ ਟਰਸਟ ਦੇ ਅੰਡਰ ਇਹ ਤਕਰੀਬਨ ਸਾਡਾ 7ਵਾਂ ਕੈਂਪ ਹੈ। ਹਜ਼ਾਰਾਂ ਦੀ ਤਾਦਾਦ ਨਾਲ ਕੈਂਪ ਦੇ ਵਿੱਚ ਮਰੀਜ਼ ਇਸ ਤੋਂ ਲਾਭ ਉਠਾਉਂਦੇ ਨੇ। ਅੱਜ ਦਾ ਜਿਹੜਾ ਕੈਂਪ ਹੈ ਇਹਦੇ ਵਿੱਚ 8 ਕਿਸਮ ਦੇ ਡਾਕਟਰ ਆਏ ਨੇ ਜੋ ਕਿ ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਲਈ ਚੈੱਕਅਪ ਕਰ ਰਹੇ ਨੇ। ਉਸ ਤੋਂ ਇਲਾਵਾ ਚੈੱਕਅਪ ਤੋਂ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ, ਫ੍ਰੀ ਟੈਸਟ ਕੀਤੇ ਜਾਣਗੇ, ਅਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਜੋ ਡਾਕਟਰ ਸਾਨੂੰ ਕਹਿਣਗੇ ਅਸੀਂ ਉਹਨਾਂ ਨੂੰ ਪ੍ਰੋਪਰ ਦਵਾਈਆਂ ਫ੍ਰੀ ਦਿੰਦੇ ਰਹਾਂਗੇ।